आसा तुम ही सज्जन सोहिले रखो रखनहार दे अल्लाह नानक घर के गोले संत मिले किस सुनिए कहिए मिले असंत मस्त कर रहिए बाबा बोलना क्या कहिए जैसे राम नाम रब रहिए रहा संतन स्यों बोले उपकारी कहो कबीर शुषा कट बोले परिया होए सो कबहू ना डोले बहुत जन्म बिछड़े थे मातो 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 ये जन्म तुम्हारे लेखे ये जन्म तुम्हारे लेखे यह जन्म तुम्हारे लेखे यह जन्म तुम्हारे लेखे वाहिगुरु 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 तीन दुनिया दे मालक बाणी गुरु शब्द गुरु ज्ञान गुरु ते सतगुरु गुरु ग्रंथ साहिब के घर नाल जिन्ने आपां प्यार वाले दूरों नेड़ेओं महाराज सच्चे पातशाह जी गोद च बैठे हाँ। आओ बाबा जी का हुक्म होया जिन्ने मिनट तुहाडी सेवा करनी है सतगुरु ते गुरमुखो उन्हां रब्बी प्यारियां दियां गल्लां करन तो पहला महाराज सच्चे पातशाह दी बख्शी फतेह फतेह दी करिए सांझ जिन्ने भैन भरा आए हाँ सतगुरां नूं झुकाइए सीस बड़े प्यार नाल सीस बख्शो आखो जी वाहिगुरु जी का खालसा वाहिगुरु जी की फतेह। बाबा कबीर साहब जी का एक पावन शब्द है गौंड राग दे अंदर भगत जी कहते जदों संत मिले ते संत उन्होंने आपां कहने आ जिहड़ा
ਸ਼ੰਕਿਆਂ ਤੋਂ ਮੁਕਤ ਹੈ। ਇਦਾਂ ਕਹਿ ਲਓ ਜਿਸ ਗੁਰਮੁਖ ਜਨ ਦੇ ਸਾਰੇ ਸਵਾਲ ਮੁੱਕ ਗਏ ਨੇ। ਰਜਨੀਸ਼ ਨੇ ਇੱਕ ਗੱਲ ਬੜੀ ਸੋਹਣੀ ਲਿਖੀ। ਉਹ ਕਹਿੰਦਾ ਬਾਬਾ ਫਰੀਦ ਤੇ ਬਾਬਾ ਕਬੀਰ ਦੋਵੇਂ ਇਕੱਠੇ ਹੋਏ। ਉਹਦੇ ਲਿਖਣ ਦਾ ਢੰਗ ਆਪਣਾ ਹੈ, ਜਿਹੜੀ ਮੈਂ ਬੇਨਤੀ ਵਿੱਚੋਂ ਕਰਨੀ ਚਾਹੁੰਦਾ। ਉਹ ਕਹਿੰਦਾ ਦੋਵਾਂ ਦੇ ਚੇਲਿਆਂ ਨੇ ਰੌਲਾ ਪਾ ਲਿਆ ਵੀ ਅੱਜ ਦੋ ਸਾਧ ਆਪੋ ਚੋਂਦੀ ਇਕੱਠੇ ਹੋਣੇ ਨੇ ਤੇ ਇਹਨਾਂ ਦੇ ਆਪੋ ਚੋਂਦੀ ਜਿਹੜੀਆਂ ਵਿਚਾਰਾਂ ਚੱਲਦੀਆਂ ਨੇ ਨਾ, ਅੱਜ ਆਨੰਦ ਆਵੇਗਾ ਦੋਵਾਂ ਦੇ ਵਿੱਚ ਜਿੱਤ ਦਾ ਕੌਣ ਹੈ। ਸਾਡੇ ਅੰਦਰ ਰੌਲਾ ਪੈਂਦਾ ਹੈ, ਪਰ ਜਿਹੜੇ ਗੁਰਮੁਖੋ ਰੱਬੀ ਜਨ ਨੇ ਉਹਨਾਂ ਦੇ ਅੰਦਰ ਕੋਈ ਰੌਲਾ ਨਹੀਂ ਪੈਂਦਾ। ਨਾ ਉਹਨਾਂ ਦਾ ਗੁਰਮੁਖੋ ਸਾਡੇ ਅੰਦਰ ਕਿੰਨੇ ਸਵਾਲ ਉੱਠਦੇ ਨੇ। ਆ ਮੇਰਾ ਦਿਮਾਗ, ਤੁਹਾਡਾ ਦਿਮਾਗ, ਇੰਨੇ ਥਾਟ ਆਉਂਦੇ ਨੇ ਇਹਦੇ ਅੰਦਰ, ਜਿਹੜਾ ਸਾਰੀ ਦਿਹਾੜੀ ਗੁਰਮੁਖੋ ਕੁਝ ਨਾ ਕੁਝ ਦਿਮਾਗ ਕਰਦਾ ਰਹਿੰਦਾ ਹੈ। ਤੇ ਮੈਂ ਬੇਨਤੀ ਕਰਾਂ, ਜਿਹੜੇ ਰੱਬ ਦੇ ਪਿਆਰੇ ਨੇ, ਸਭ ਤੋਂ ਵੱਡੀ ਦੌਲਤ ਉਹਨਾਂ ਕੋਲੇ ਇਹ ਹੈ, ਉਹਨਾਂ ਗੁਰਮੁਖੋ ਇਹਨੂੰ ਸਾਧ ਲਿਆ ਹੈ, ਇਹਨੂੰ ਕੰਟਰੋਲ 'ਚ ਕਰ ਲਿਆ। ਗੁੱਸਾ ਨਾ ਕਰਿਓ, ਸਾਡਾ ਕੰਟਰੋਲ 'ਚ ਨਹੀਂ ਹੈ। ਇੱਥੇ ਕੁਝ ਹੋਰ ਹਾਂ, 5 ਮਿੰਟ ਬਾਅਦ ਵਿਚਾਰ ਆਇਆ ਤੇ ਆਪਾਂ ਬਾਹਰ ਜਾ ਕੇ ਕੁਝ ਹੋਰ ਹਾਂ। ਉਹਦਾ ਕਾਰਨ ਕੀ ਹੈ? ਸਭ ਤੋਂ ਵੱਡੀ ਸਾਨੂੰ ਰੱਬ ਨੇ ਆਹ ਦਾਤ ਦਿੱਤੀ ਹੈ ਦਿਮਾਗ ਦੀ। ਤੇ ਜੇ ਗੁਰਮੁਖੋ ਇਹਨੂੰ ਆਪਾਂ ਵੱਸ 'ਚ ਕਰਨ ਦਾ ਤਰੀਕਾ ਸਿੱਖ ਲਿਆ ਤੇ ਜਿਨ੍ਹਾਂ ਰੱਬੀ ਪਿਆਰਿਆਂ ਨੇ ਸਿੱਖਿਆ ਹੈ ਉਹਨਾਂ ਨੂੰ ਤਾਂ ਆਪਾਂ ਆ ਕੇ ਨਮਸਕਾਰਾਂ ਕਰਨੇ ਹਾਂ। ਔਰ ਇੱਕ ਬੇਨਤੀ ਹੋਰ ਕਰਦੇ ਹਾਂ ਦਿਮਾਗ ਦੇ ਸੁਭਾਅ ਦੀ। ਮੰਨ ਲਓ ਤੁਹਾਨੂੰ ਰੱਬ ਨੇ ਸਾਰਾ ਕੁਝ ਦਿੱਤਾ ਹੈ, ਤੁਹਾਡੇ ਬੱਚੇ ਵੀ ਵਧੀਆ ਦੇਸ਼ਾਂ 'ਚ ਪੈਸਾ ਕਮਾ ਰਹੇ ਨੇ, ਤੁਹਾਡੇ ਅਕਾਊਂਟ 'ਚ ਵੀ ਰੁਪਈਏ ਬਹੁਤ ਨੇ, ਔਰ ਇਹ ਦਿਮਾਗ ਪਤਾ ਕੀ ਕਰਦਾ ਹੈ? ਸਵੇਰੇ ਤੁਸੀਂ ਘਰੋਂ ਗੁਰਮੁਖੋ ਨਾਸ਼ਤਾ ਕਰਕੇ ਨਿਕਲੇ ਹੋ, ਤੁਸੀਂ ਖੁਸ਼ ਹੋ, ਤੁਹਾਡੇ ਅਕਾਊਂਟ 'ਚ ਰੁਪਈਏ ਵੀ ਬੜੇ ਨੇ, ਤੁਹਾਡੇ ਬੱਚੇ ਵੀ ਸੋਹਣੇ ਦੇਸ਼ਾਂ 'ਚ ਕਮਾਈ ਕਰ ਰਹੇ ਨੇ। ਇਹ ਦਿਮਾਗ ਕੀ ਕਰਦਾ ਹੈ? ਇਹ ਗੁਰਮੁਖੋ ਆਪਣਾ ਫਿਕਰ ਛੱਡ ਕੇ ਤੇ ਗਵਾਂਢੀ ਦੀ ਚਿੰਤਾ ਚੁੱਕ ਲੈਂਦਾ। ਇਹਦਾ ਸੁਭਾਅ ਇਦਾਂ ਦਾ। ਤੇ ਜਿਹੜੇ ਰੱਬੀ ਪਿਆਰੇ ਨੇ ਉਹਨਾਂ ਨੂੰ ਆਪਾਂ ਸਾਧ ਕਹਿ ਲਈਏ, ਉਹਨਾਂ ਨੂੰ ਸੰਤ ਕਹਿ ਲਈਏ, ਉਹਨਾਂ ਨੂੰ ਗੁਰਮੁਖ ਕਹਿ ਲਈਏ, ਆਪਾਂ ਤਾਂ ਆਉਨੇ ਹਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਵੀ ਸਵਾਲ ਨੇ, ਤੇ ਜਦੋਂ ਤੱਕ ਸਾਡੇ ਸਵਾਲ ਨਹੀਂ ਮੁੱਕਦੇ ਉਦੋਂ ਤੱਕ ਗੁਰਮੁਖੋ ਆ ਮਨ ਸ਼ਾਂਤ ਨਹੀਂ ਹੁੰਦਾ। ਮੁੱਕਣੇ ਤਾਂ ਨੇ ਜੇ ਗੁਰਮੁਖੋ ਇਹਨੂੰ ਜੀਵਨ ਨੂੰ ਸਾਧਾਂਗੇ। ਮੈਂ ਜਿਹੜੀ ਬੇਨਤੀ ਲੱਗਾ ਸੀ ਕਰਨਾ, ਬਾਬਾ ਫਰੀਦ ਸਾਹਿਬ ਮਿਲੇ, ਕਬੀਰ ਸਾਹਿਬ ਦੋਵੇਂ ਮਿਲੇ। ਚੇਲਿਆਂ ਨੇ ਰੌਲਾ ਪਾਇਆ, ਕਹਿਣ ਲੱਗੇ ਕਮਾਲ ਹੋ ਗਈ, ਅੱਜ ਗੱਲ ਬਣਨੀ ਹੈ। ਚੇਲਿਆਂ ਨੂੰ ਲੱਗਦਾ ਜਦੋਂ ਦੋ ਸਾਧ ਮਿਲਦੇ ਨੇ ਹੋ ਸਕਦਾ ਕੋਈ ਨਵੀਂ ਵਿਚਾਰਧਾਰਾ ਨਿਕਲੇ। ਇੱਕ ਦੀ ਵਿਚਾਰਧਾਰਾ ਅਲੱਗ ਹੋਵੇ, ਦੂਜੇ ਦੀ ਅਲੱਗ ਹੋਵੇ। ਤੇ ਰਜਨੀਸ਼ ਕਹਿੰਦਾ, ਉਹ ਕਹਿੰਦਾ ਜਦੋਂ ਬਾਬਾ ਫਰੀਦ ਤੇ ਬਾਬਾ ਕਬੀਰ ਆਮੋ ਸਾਹਮਣੇ ਹੋਏ ਤੇ ਗੁਰਮੁਖੋ ਦੋਵੇਂ ਜਾਣੇ ਮੁਸਕਰਾਏ। ਨਾ ਬਾਬੇ ਕਬੀਰ ਨੇ ਕੋਈ ਸਵਾਲ ਕੀਤਾ, ਨਾ ਫਰੀਦ ਨੇ ਕੀਤਾ। ਕਿਉਂ ਭਲਾ? ਕਿਉਂਕਿ ਜਿਹੜੇ ਜਿਨ੍ਹਾਂ ਨੇ ਰੱਬ ਨੂੰ ਅੰਦਰ ਬਿਠਾ ਲਿਆ ਨਾ, ਉਹਨਾਂ ਦੇ ਗੁਰਮੁਖੋ ਸਵਾਲ ਮੁੱਕ ਗਏ ਨੇ। ਸਾਡਾ ਰੌਲਾ ਪੈਂਦਾ ਹੈ, ਉਹ ਗੁਰਮੁਖੋ ਰੱਬੀ ਰੂਹ ਦਾ ਕੋਈ ਰੌਲਾ ਨਹੀਂ ਹੈ। ਰੱਬੀ ਰੂਹ ਤੇ ਆਨੰਦਤ ਹੈ। ਆਪਾਂ ਪਰੇਸ਼ਾਨ ਹੈ, ਪਰ ਗੁਰਮੁਖੋ ਉਹ ਉੱਥੇ ਪਹੁੰਚ ਗਏ ਨੇ ਜਿਹਨੂੰ ਆਪਾਂ ਬਾਬੇ ਨਾਨਕ ਦੀ ਭਾਸ਼ਾ 'ਚ ਕਹਿੰਦੇ ਆ, ਨਾਨਕ ਭਗਤਾਂ ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ, ਨਾਨਕ ਭਗਤਾਂ ਨਾਨਕ ਭਗਤਾਂ ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ। ਸੁਣੇ ਦੁਖ ਪਾਪ ਕਾ ਨਾਸ਼, ਸੁਣੇ ਦੁਖ ਪਾਪ ਕਾ ਨਾਸ਼। ਇੱਕ ਬੇਨਤੀ ਹੋਰ ਕਰਦੇ ਹਾਂ। ਦੋ ਗੁਰਮੁਖੋ ਨੌਜਵਾਨ ਇੱਕੋ ਪਿੰਡੋਂ ਚੱਲੇ,
बहुत सत्कारयोग मान हस्ती और गुरमुखो सतगुरां दे हजूर पहुंचे ने। दो गुरमुखो मित्र अपने पिंडों चले, दोवें रब की प्राप्ति लई। एक नूं गुरमुखो रब मिल पिया, एक नूं रब अजे मिलिया कोई नहीं। ते जिन्हों मिलिया है ना, भगत रविदास कहते ने बंदे तेरे अंदर एक चीज रह सकती है, जब तक खुद रह ला ते खुद रवेगा ते दुख ही दुख ने। आप रह के वेख ही लिया अपने अंदर, खुद रहने ते चिंतावां ही चिंतावां ने। खुद रहने ते गुरमुखो कोई ना कोई मन साडे अंदर कोई ना कोई गुरमुखो कलेश खड़ा करके रखदा है। भगत रविदास कहते ने तेरे अंदर एक ही भलिया रह सकता है, जब तक खुद रह ला। ते भगत जी कहते जा खुदा नूं अंदर बिठा ला। जेड़े गुरमुखो रब्बी प्यारे ने ना, वो आप ते अंदरों निकल गए ने, उन्हां गुरमुखो रब नूं अंदर बिठा लिया। आपां तां आउने हां कि साडे अंदर भी किते रब बह जाए। महाराज दे बचन आपां पढ़दे हां, जब हम होते तब तू नाही, अब तू ही मैं नाही। जदों मैं सी उदों तू नहीं सी, ते जदों रब्बा तू है ते हुण मैं नहीं हाँ। इत्थे गुरमुखो गल अगे निबड़ जाती है। दो मित्र कट्ठे गुरमुखो एक पिंड चो तुरे, एक नूं रब मिलिया, वो बड़ा शांत, दूजा बड़ा परेशान है। उन्होंने पता लगे भी उन्हें मेरे नाल बंदगी की है। आपां भी मशक्कत ही घालण आए हैं ना महापुरखां दे चरनां च। ते बाबा नानक जी रोज कहंदे ने, कहंदे घालिया कर सौखा हो जाएगा। बचन आपां सौखे पढ़ने हाँ। जिन्नी नाम ते आया, जिन्नी नाम ते आया, जिन्नी गए मशक्कत काल, गए मशक्कत काल, नानक ते मुख उजले, नानक ते मुख उजले। केती छुट्टी नाल, केती छुट्टी नाल, केती गुरमुखो रब दे प्यारे आप तां छुटदे ने, पर साडे वर्गियां नूं कईयां नूं छड़ा लैंदे। वो जेड़े मित्र नूं रब मिलिया वो बड़ा आनंदित, जिन्हों नहीं मिलिया उन्हें अपने उहदे कोल गुरमुखो अपने चेले भेजे। कहण लगा मेरे मित्र नूं पुछ के आओ भी तुहानूं जिहड़ा तरीका मिल गया मैनूं भी दस्से। वो मित्र नूं आके कहण लगे भी तुहाडा मित्र तुहाडे पिंड दा, तुहानूं रब मिल गया है, उहनूं रब मिलिया कोई नहीं, उहने सानूं भेजिया भी मैनूं तरीका दसो। तो जिन्हों रब मिलिया है उन्हें एक कोरा कागज कटिया। वो कहने लगा आ चिट्ठी है, मेरे मित्र नूं दे दिओ, उन्हें पढ़ लैनी है। वो चेले बड़े हैरान, कहने लगे कमाल है। उन्हें भी कोरा कागज वेखिया दोवां पासियां तो, ते लिखिया कुछ नहीं। वो कहने लगे ये महात्मा कहते ने, वो पढ़ लेगा। गुरमुखो कोरा कागज लैके अपने महात्मा को पहुंचे, उन्होंने जाके चिट्ठी दी। कहने लगे जी तुहाडे मित्र ने भेजी है, वो कहंदे सी तुसीं पढ़ लोगे। उन्होंने जदों चिट्ठी फड़ाई, उन्हें दोवां पासियां तो कोरा कागज वेखिया, मत्थे ना लाया, कई बारी चुमिया। वो कहंदे महात्मा कहने लगे मैनूं तरीका मिल गया है। वो चेले पुछदे ने जी सानूं तां समझ नहीं आई, तुहानूं किद्दां तरीका मिल गया, लिखिया ते कुछ नहीं।
ਉਹ ਕਹਿਣ ਲੱਗਾ ਮੇਰੇ ਮਿੱਤਰ ਨੇ ਸੁਨੇਹਾ ਭੇਜਿਆ ਜੇ ਰੱਬ ਨੂੰ ਮਿਲਣਾ ਤੇ ਅੰਦਰੋਂ ਤੇ ਬਾਹਰੋਂ ਇੱਕੋ ਜਿੱਕਾ ਹੋ ਜਾ। ਸਾਡੀ ਸਭ ਤੋਂ ਵੱਡੀ ਬਦਕਿਸਮਤੀ ਹੈ, ਸਾਰੀ ਉਮਰ ਬੰਦਾ ਗੁਰਮੁਖੋ ਦੁਬਿਧਾ ਚ ਤੁਰਿਆ ਫਿਰਦਾ, ਇੱਥੋਂ ਕੁਝ ਹੋਰ ਹਾਂ, ਮੈਂ ਵੀ ਇਦਾਂ ਹੀ ਹਾਂ, ਤੇ ਬਾਹਰੋਂ ਗੁਰਮੁਖੋ ਕੁਝ ਹੋਰ ਹਾਂ, ਤਾਂ ਸਾਨੂੰ ਨੀਂਦ ਨਹੀਂ ਆਉਂਦੀ, ਤਾਂ ਗੁਰਮੁਖੋ ਸਾਡੇ ਦੁੱਖ ਨਹੀਂ ਮੁੱਕਦੇ। ਤੇ ਜਦੋਂ ਇੱਕ ਦਾ ਘੁੱਟ ਕੇ ਪੱਲਾ ਪਕੜ ਲਿਆ, ਮਹਾਰਾਜ ਕਹਿੰਦੇ ਜੀਵਨ ਸੁਖੀ ਹੋ ਜਾਏਗਾ। ਤਾਂ ਬਾਬੇ ਨਾਨਕ ਦੇ ਘਰ ਦਾ ਸਿਧਾਂਤ ਹੈ, ਏਕੋ ਹੈ ਭਾਈ ਏਕੋ 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 ਹੈ, ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਇੱਕ ਬੇਨਤੀ ਕਰਕੇ ਮੈਂ ਸਮਾਪਤੀ ਕਰਾਂ। ਇੱਕ ਪੁਸਤਕ ਹੈ ਹਰਮੰਦਰ ਦਰਸ਼ਨ, ਉਹਦੇ ਵਿੱਚੋਂ ਬੇਨਤੀ ਕਰਨ ਲੱਗੇ ਆ। ਉਹ ਡਾਕਟਰ ਸਰੂਪ ਸਿੰਘ ਅਲੱਗ ਨੇ ਲਿਖੀ ਹੈ। ਅਲੱਗ ਇੱਕ ਟਰਸਟ ਹੈ ਕੈਨੇਡਾ ਤੋਂ, ਉਹ ਲਿਟਰੇਚਰ ਲਿਖਦੇ ਨੇ, ਫ੍ਰੀ ਵੰਡਦੇ ਨੇ। ਮੇਰੇ ਨੌਜਵਾਨ ਵੀਰ ਬੈਠੇ ਨੇ, ਆਪਾਂ ਪੜ੍ਹਿਆ ਕਰੀਏ ਆਪਣੇ ਧਰਮ ਦੀਆਂ ਗੱਲਾਂ, ਜ਼ਰੂਰ ਆਪਾਂ ਗੁਰਮੁਖੋ ਕਿਤਾਬਾਂ ਪੜ੍ਹੀਏ। 8 ਪੰਨੇ ਕਿਤਾਬ ਦੇ ਹਰੇਕ ਨੂੰ ਪੜ੍ਹਨੇ ਚਾਹੀਦੇ ਨੇ। ਜਿਨ੍ਹਾਂ ਮਹਾਂਪੁਰਸ਼ਾਂ ਦੀ ਆਪਾਂ ਯਾਦ 'ਚ ਬੈਠੇ ਆ ਨਾ, ਤੁਸੀਂ ਸੋਚੋ ਗੁਰਮੁਖੋ ਕਿੰਨੀ ਬਾਣੀ ਉਹਨਾਂ ਰੱਬੀ ਪਿਆਰਿਆਂ ਨੂੰ ਕੰਠ ਹੋਵੇਗੀ, ਜਿਹੜੇ ਜਿੰਨੇ ਸਾਡੇ ਵਰਗੇ ਆਉਂਦੇ ਨੇ ਨਾ, ਉਹਨਾਂ ਨੂੰ ਗੁਰਮੁਖੋ ਰੱਬ ਦੀ ਭਾਸ਼ਾ ਦੇ ਨਾਲ ਹੀ ਉਹ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ। ਜ਼ਰੂਰ ਆਪਾਂ ਵੀ ਕੋਸ਼ਿਸ਼ ਕਰਿਆ ਕਰੀਏ, ਕਿਉਂਕਿ ਆਪਾਂ ਜਦੋਂ ਆਉਨੇ ਹਾਂ ਤੇ ਧੂੜ ਦਾ ਮਤਲਬ ਹੁੰਦਾ ਸੰਗਤ ਕਰਨੀ। ਗੁਰਮੁਖੋ ਸੰਗਤ ਦੇ ਅੰਦਰ ਬਹਿ ਕੇ ਸੰਤ ਮਿਲੇ ਕਿਸ ਸੁਣੀਏ ਕਹੀਏ। ਜਦੋਂ ਆਪਾਂ ਇਦਾਂ ਆਈਏ ਨਾ ਤੇ ਗੁਰਮੁਖੋ ਕੁਝ ਸੁਣੀਏ ਤੇ ਕੁਝ ਆਪਣੀਆਂ ਗੱਲਾਂ ਵੀ ਦੱਸ ਕੇ ਜਾਈਏ, ਤੇ ਜਦੋਂ ਸਾਡੇ ਸਵਾਲ ਹੱਲ ਹੋਣਗੇ ਨਾ, ਅੰਦਰ ਠੰਡ ਪੈ ਜਾਏਗੀ। ਤੇ ਜਦੋਂ ਠੰਡ ਪੈ ਗਈ ਉਦੋਂ ਬੰਦਾ ਸੌਖਾ ਗੁਰਮੁਖੋ ਹੋ ਜਾਏਗਾ। ਬਸ ਇੰਨੀ ਗੱਲ ਹੈ ਧਰਮ ਦੀ ਦੁਨੀਆ 'ਚ। ਖੈਰ, ਡਾਕਟਰ ਸਰੂਪ ਸਿੰਘ ਅਲੱਗ ਕਹਿੰਦੇ ਮੈਂ ਕੈਨੇਡਾ ਤੋਂ ਪੰਜਾਬ ਆਇਆ, ਮੇਰੇ ਮਨ ਨੇ ਕਿਹਾ ਮਨਾ ਹਰਮੰਦਰ ਸਾਹਿਬ ਆਪਾਂ ਇੱਕ ਰਾਤ ਰਹਿ ਕੇ ਆਉਣਾ ਹੈ। ਉਹ ਕਹਿੰਦੇ ਮੈਂ ਗਿਆ, ਸਰਾਂ 'ਚ ਕਮਰਾ ਲਿਆ। ਕਈ ਵਾਰੀ ਅੱਗੇ ਵੀ ਤੁਸੀਂ ਬਚਨ ਸੁਣੇ ਹੋਣੇ, ਮੈਂ ਤਾਂ ਸੁਣਾਉਣ ਲੱਗਿਆ ਵੀ ਭਿੱਜੀਆਂ ਰੂਹਾਂ ਗੁਰਮੁਖੋ ਪਤਾ ਨਹੀਂ ਕਿੱਥੇ ਕਿੱਥੇ ਬੈਠੀਆਂ ਨੇ, ਜਿਹੜੇ ਰੱਬ ਦੇ ਨੇੜੇ ਨੇ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਨੇ, ਔਰ ਕਿੰਨਾ ਕਿੰਨਾ ਚਿਰ ਗੁਰਮੁਖੋ ਟਿਕ ਕੇ ਬਹਿ ਲੈਂਦੇ ਨੇ। ਉਹ ਕਹਿਣ ਲੱਗੇ ਮੈਂ 2 ਵਜੇ ਉੱਠਿਆ ਤੇ 1 ਘੰਟੇ 'ਚ ਮੈਂ ਇਸ਼ਨਾਨ ਕਰਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਪਹੁੰਚ ਗਿਆ। ਕਹਿੰਦੇ ਜਦੋਂ ਮੈਂ ਜਾ ਕੇ ਮੱਥਾ ਟੇਕਿਆ ਨਾ ਮਨੇਰਸਰ, ਮੇਰੇ ਮਨ ਨੇ ਕਿਹਾ ਸਰੂਪ ਸਿਆਂ ਤੂੰ ਕੈਨੇਡਾ ਤੋਂ ਭਾਰਤ ਆਇਆ, ਅੱਜ ਤੈਨੂੰ ਮਨੇਰਸਰ ਆਉਣ ਦਾ ਸਮਾਂ ਮਿਲਿਆ ਹੈ। ਅੱਜ ਗੁਰੂ ਰਾਮਦਾਸ ਦੀ ਗੋਦੀ 'ਚ ਬਹਿ ਕੇ ਤੇ ਕੀਰਤਨ ਸੁਣ ਕੇ ਜਾ। ਤੇ ਜਿੱਥੇ ਰਾਗੀ ਸਾਹਿਬ ਜੀ ਕੀਰਤਨ ਕਰਦੇ ਨੇ, ਉਹਨਾਂ ਦੇ ਮਗਰਲੇ ਪਾਸੇ 30-35 ਸਰੀਰ ਬੈਠ ਜਾਂਦੇ ਨੇ। ਉਹ ਡਾਕਟਰ ਸਾਹਿਬ ਕਹਿਣ ਲੱਗੇ ਮੈਂ ਵੀ ਐਂਗਲ ਲੰਘ ਕੇ ਮਗਰ ਬੈਠ ਗਿਆ। ਕਹਿੰਦੇ ਜਦੋਂ ਮੈਂ ਬੈਠਾ ਤੇ ਮੇਰੇ ਅਗਲੇ ਪਾਸੇ ਇੱਕ ਬਜ਼ੁਰਗ ਬੈਠੇ ਨੇ, ਉਹਨਾਂ ਦਾ ਮੈਂ ਮਗਰੋਂ ਵੇਖਿਆ, ਦਾੜਾ ਬੜਾ ਲੰਮਾ ਤੇ ਜਿਹੜੀ ਪੱਗ ਉਹਨਾਂ ਬੰਨੀ ਕਾਲੇ ਰੰਗ ਦੀ। ਕਹਿਣ ਲੱਗੇ ਜਦੋਂ ਮੈਂ ਹੋਰ ਧਿਆਨ ਨਾਲ ਵੇਖਿਆ, ਜਿਹੜਾ ਕੁੜਤਾ ਪਾਇਆ ਸੀ ਨਾ, ਉਹ ਕੁੜਤਾ ਹੈ ਤੇ ਬੜਾ ਸਾਫ਼, ਪਰ ਕੁੜਤੇ ਤੇ ਫਿੱਕੀਆਂ ਫਿੱਕੀਆਂ 11 ਟਾਕੀਆਂ ਲੱਗੀਆਂ ਹੋਈਆਂ ਨੇ। ਕਹਿੰਦੇ ਮੇਰੇ ਮਨ ਨੇ ਕਿਹਾ ਸਰੂਪ ਸਿਆਂ ਤੂੰ ਕਰੋੜਪਤੀ ਬੰਦਾ ਹੈ, ਅੱਜ ਜਦੋਂ ਬਾਪੂ ਹਰਮੰਦਰ ਚੋਂ ਜਾਵੇ ਨਾ, ਇਹਨੂੰ ਕੁਝ ਰੁਪਈਏ ਦਮੀਆਂ ਆਪਣੀ ਜੇਬ ਚੋਂ, ਇਹਨੂੰ ਕਵੀ ਬਾਪੂ ਅਗਲੀ ਵਾਰੀ ਹਰਮੰਦਰ ਆਵੇਂ ਨਾ ਤੇ ਨਵਾਂ ਕੁੜਤਾ ਪਾ ਕੇ ਆਵੇ। ਉਹ ਕਹਿਣ ਲੱਗੇ 3 ਤੋਂ 4 ਵੱਜ ਗਏ। ਵੇਖੋ ਜਿਹੜੇ ਟਿਕਣ ਵਾਲੇ ਨੇ ਉਹ ਟਿਕੇ ਰਹਿੰਦੇ ਨੇ। 4 ਤੋਂ 5 ਵੱਜ ਗਏ, ਪਰ ਉਹ ਬਜ਼ੁਰਗ ਪਤਾ ਨਹੀਂ ਕਦੋਂ ਕਦੇ ਟਿਕੇ ਨੇ।
वो कहने लगे 5:30 हो गए। मैं मगर बह के सोचिया मना जे 6 वजण च 15 मिनट पहला ये बापू उठ खड़िया तो मैं मिल लवांगा, नहीं तो मैं मिले तो बिना चलिया जावांगा। वो कहते जो 6 वजण च 15 मिनट रहिंदे सन वो बजुर्ग उठे। उठन सार गुरमुखो हरमंदर साहब के अंदर संगत बहुत, कहते मैं उन्हों का आमो सामने चेहरा ना वेख सकिया चंगी तरह, पर मैनू ये पता सी भी बापू ने फिक्कियां फिक्कियां 11 टाकियां वाला कुड़ता पाया। मैनू ये पता सी भी काले रंग की पग बन्नी है, दाढ़ा बड़ा लम्मा। कह लगे वो नमस्कार करके एक दरवाजा हरमंदर साहब का लंघे। मैं भी मगर उठिया, मैं भी नमस्कार करके दरवाजा लंघिया। इन्ने चिर नूं ना जिथों आपां जल दा चूड़ा लैने आ ना प्यार नाल, वो पौड़ियां हेठां उतर के ते गुरमुखो वो बजुर्ग जल दा चूड़ा लैके ते पौड़ियां तां चढ़ रहे ने। डॉक्टर साहब कहण लगे मैं हेठां नूं उतर रहा ना, मैं कदी बापू नूं वेखिया ना कदी उहने मैनू पहला वेखिया। कहण लगे जदों असीं आमो सामने होए ना वो पौड़ियां तां चढ़ रहे ने, मैं हेठां नूं उतर रहा। जदों आमो सामने होए उस बापू ने मेरे मोढे ते हाथ धर के कहा, कहण लगे पुत ना तू 3 घंटे आप हरमंदर च टिके आ ते ना तू मैनू टिकण दिता, लिया तेरे को किन्ने क रुपये ने, मैं कुड़ता नवा सवाना। वो कहण लगे मेरी करो, वो कहण लगे मेरी करोड़पति दी हैंकड़ी थले आ गई। ते मैं पहली बारी अपनी जिंदगी च इदां दा पुरख वेखिया सी जेड़ा हरमंदर साहब अगले पासे बैठा होवे ते मगरले दी भावना नूं जानदा होवे। कहण लगे मेरे हाथ कंबे, मेरियां लत्तां कंबियां, मेरा दिल बड़ी जोर दी धड़किया। मैं कंबदे हत्थां नाल उस बापू जी नूं पुछया, मैं क्या बापू जी आ कुड़ते दा की राज है? वो मैनू एक पासे लै गए। डॉक्टर साहब कहंदे जदों एक पासे लै गए उन्हां बिठाया, मैनू कहण लगे पुत मेरी जिहड़ी मां सी ना, मैं जदों छोटा सी ते गुरु नानक दे घर नाल जुड़ी हुई सी भैणों, जिवें तुसीं जुड़ियां हो। वो बजुर्ग कहण लगे मैं 5 सालां दा सी जदों मेरी मां ने मेरे ते इन्नी मेहनत की और मैनू चंगे चंगे पुरखां दी संगत मिली ते मैं 5 साल दा आप सहज पाठ करन लग गया। वो कहण लगे मैनू 85 साल हो गए गुरु ग्रंथ साहिब दी बाणी पढ़दे ते पुत जदों किते रागी कीर्तन करते होण, भाई साहब पाठ करते होण, जिवें लड़ी चल रही है, वो बजुर्ग कहण लगे पुत मेरा अभ्यास है, मैं एक चौंकड़े च कई घंटे टिक के बह लेना। उन्हें पूछया भी बापू जी वो तो गल ठीक है, पर कुड़ता तुसीं सादा क्यों पाया है? वो बजुर्गों ने जिहड़ी गल कही बाह कमाल। वो कहण लगे पुत है ते मैं अरबपति बंदा, मेरे को इन्ना धन है, मेरिया 7-8 पीढ़ियां बह के रोटी खा सकदियां ने, पर जदों मैं गुरु रामदास के घर आउना ना ते पुत्ता सादा जिहा कुड़ता पा के आऊं। उन्हें पूछया बापू जी सादा क्यों पा के आउंदे हो? वो बजुर्ग कहण लगा पुत सादा तां पा के आउना जदों मैं दर्शनी ड्योड़ी लंघना ना ते मैं गुरु रामदास के घर रोंदा ही आउना, रोंदा ही। उन्हें पूछया बापू रोना क्यों है? वो बापू कहण लगा पुत रोना तां वा गुरु रामदास नूं रोंदा रोंदा कहना भी दाता दुनिया दा धन भावें खोली, मेरे पुत मेरे पोतरे दिहाड़ी ला के रोटी खा लणगे, पर गुरु रामदास तेरी गोदी च बैठ के दाता जेड़ा मैनू कीर्तन दा रस आउंदा है ना, मालका मेरा किते रस ना खोली। आपां वेखो गुरमुखो महापुरखां दे चरनां च आए हां, काहदे लई आए हां? महाराज सानू रस आवे, कीर्तन सुनिए, कवितावां सुनिए, बाणी गुरमुखो सुनिए, तां ही आपां सारे समा कट के आए हां। गुरु अर्जन साहब सच्चे पातशाह दे बड़े प्यारे महाराज दे वचन ने, हर रस पीवो पाई, हर रस पीवो पाई, हर रस पीवो पाई, हर रस पीवो पाई। नाम जपो नामो आरातो, नाम जपो नामो आरातो, नाम जपो नामो
गुरपुरे की शरनाई, गुरपुरे की शरनाई। ਉਹ ਬਜ਼ੁਰਗ ਕਹਿਣ ਲੱਗੇ ਡਾਕਟਰ ਸਾਹਿਬ ਨੂੰ, ਕਹਿੰਦੇ ਪੁੱਤ ਜਦੋਂ ਤੂੰ ਹਰਮੰਦਰ ਆਵੇਂ, ਆ ਵੀ ਹਰਮੰਦਰ ਹੈ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਔਰ ਐਡੇ ਗੁਰਮੁਖੋ ਰੱਬੀ ਰੂਹਾਂ ਵਿਰਾਜਮਾਨ ਨੇ। ਉਹ ਕਹਿਣ ਲੱਗੇ ਜਦੋਂ ਤੂੰ ਹਰਮੰਦਰ ਆਵੇਂ ਨਾ ਪੁੱਤ, ਤੇ ਦਰਸ਼ਨੀ ਡਿਉੜੀ ਤੋਂ ਬਾਹਰ ਹੀ ਦੁਨੀਆ ਰੱਖਿਆ ਕਰ, ਏਦਾਂ ਆਇਆ ਕਰ ਜਿਵੇਂ ਤੂੰ ਆਪਣੇ ਰੱਬ ਨੂੰ ਮਿਲਣਾ ਹੈ। ਆਪਾਂ ਵੀ ਏਦਾਂ ਹੀ ਇੱਥੇ ਆ ਕੇ ਬਈਏ ਕਾਗਰਚੇ ਧੋ ਕੇ, ਨਹੀਂ ਵੀ ਮਨ ਲੱਗਦਾ ਨਾ, ਹੌਲੀ ਹੌਲੀ ਅਭਿਆਸ ਕਰੀਏ, ਹੌਲੀ ਹੌਲੀ ਸਾਡਾ ਮਨ ਆਖੇ ਲੱਗਣ ਲੱਗ ਪਏਗਾ। ਘਰਾਂ 'ਚ ਵੀ ਯਤਨ ਕਰੀਏ, ਇੱਥੋਂ ਪ੍ਰੇਰਨਾ ਲੈ ਕੇ ਜਦੋਂ ਆਪਾਂ ਜਾਂਦੇ ਹਾਂ ਤੇ ਘਰਾਂ 'ਚ ਵੀ ਆਪਾਂ ਯਤਨ ਕਰੀਏ, ਆਪਣੇ ਘਰ 'ਚ ਵੀ ਝਾੜੂ ਪੋਚਾ ਜ਼ਰੂਰ ਫੇਰੀਏ। ਵੇਖੋ ਸੋਫੇ ਲਿਆਂਦੇ ਨੇ, ਆਪਾਂ ਪਰਦੇ ਸੋਹਣੇ ਲਾਏ ਨੇ, ਬੈੱਡ ਸੋਹਣੇ ਨੇ, ਝਾੜਨੇ ਆ, ਪਰ ਮਹਾਰਾਜ ਕਹਿੰਦੇ ਭਰਾਵਾ ਨਾਲ ਥੋੜਾ ਥੋੜਾ ਮਨ ਵੀ ਝਾੜਿਆ ਕਰੀਏ। ਬਹੁਤ ਧੰਨਵਾਦ ਮਹਾਂਪੁਰਸ਼ਾਂ ਦਾ, ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ, ਧੰਨਵਾਦ ਸੰਤ ਬਾਬਾ ਕਰਤਾਰ ਸਿੰਘ ਜੀ ਹੁਣਾਂ ਦਾ, ਔਰ ਧੰਨਵਾਦ ਸਰਪੰਚ ਭਾਈ ਸਤਪਾਲ ਸਿੰਘ ਹੁਣਾਂ ਦਾ, ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਾਏ ਨੇ। ਫਿਰ ਕਿਤੇ ਸਮਾਂ ਬਣਿਆ ਖੁੱਲੇ ਦਰਸ਼ਨ ਕਰਾਂਗੇ। ਸਮਾਂ ਸਮਾਪਤ ਹੈ ਜੀ। ਮੇਰੀਆਂ ਭੁੱਲਾਂ ਮੇਰੀ ਝੋਲੀ ਚ ਪਾਇਓ, ਗੁਰੂ ਦੀਆਂ ਗੱਲਾਂ ਔਰ ਰੱਬੀ ਗੁਰਮੁਖੋਂ ਰਹਿਮਤਾਂ ਲੈਣ ਆਏ ਆ। ਝੋਲੀਆਂ ਭਰ ਕੇ ਖੜੀਏ ਸਤਿਗੁਰਾਂ ਦੇ ਘਰ। ਮਹਾਰਾਜ ਕਹਿੰਦੇ ਸਾਚੇ ਸਾਹਿਬਾਂ ਕਿਆ ਨਾਹੀ ਘਰ, ਤੇਰਾ ਘਰ ਤਾਂ ਤੇਰੇ ਸਭ ਕੁਛ ਹੈ। ਗੱਲ ਹੀ ਮਹਾਰਾਜ ਨੇ ਮੁਕਾ ਦਿੱਤੀ। ਜਦੋਂ ਸਾਰਾ ਕੁਝ ਹੈ ਗੁਰਮੁਖੋ, ਜ਼ਰੂਰ ਆਪਾਂ ਝੋਲੀਆਂ ਭਰੀਏ। ਸਾਡਾ ਲੋਕ ਤੇ ਪ੍ਰਲੋਕ ਮਹਾਰਾਜ ਸਵਰਨ। ਮੇਰੀਆਂ ਭੁੱਲਾਂ ਮੇਰੀ ਝੋਲੀ ਚੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ